हेलो स्टूडेंट्स, वेलकम टू हिस्ट्री क्लास। साडी सैकेंड यूनिट चल रही सी। इस यूनिट विच अज दी क्लास विच असी नवे क्वेश्चन नूं शुरू करांगे। अज दी क्लास दा क्वेश्चन है 1799 ईस्वी दी फ्रांस दी क्रांति दे कारणां दा वर्णन करो। स्टूडेंट्स, इत्थे मैं गल क्लीयर करदा, साडे सिलेबस विच कारण अते परिणाम दोवें हन। इसलिए असी दोवां दे अलग अलग प्रश्न बनावांगे। कारण दा प्रश्न अलग बनावांगे, परिणामां दा प्रश्न अलग बनावांगे। अज असी क्रांति दे कारण शुरू करते हैं। फ्रांस की क्रांति 1799 ईस्वी विच बुरबो वंश के शासक लुई 16वें के शासनकाल विच हुई सी। उस समय तत्कालीन राजनीतिक, समाजिक, आर्थिक अते बौद्धिक अवस्था अजिहे कगार ते खड़ी सी कि क्रांति की अग कदे भी भड़क सकती सी। जल्दी ही ये गल भी सिद्ध हो गई। फ्रांसीसी क्रांति के लिए अनेक कारणों नूं जिम्मेवार मन्निया जाता है, जिन्हां विचों अज असी राजनीतिक कारणों की चर्चा करांगे। राजनीतिक कारणों विच पहला कारण है राजपद की प्रतिष्ठा विच कमी। लुई 14वां 1643 ईस्वी तो 1715 ईस्वी तक फ्रांस का शासक सी। वो फ्रांस का एक योग अते ताकतवर शासक सी। उसने अपने शासनकाल विच महान सफलतावां प्राप्त कीतियां सन। इसके कारण राज की शक्ति मजबूत हुई अते फ्रांस का यूरोप महाद्वीप विच सम्मान वधिया। प्रजा के मन विच भी अपने शासक के लिए आदर भावना पैदा हुई। परंतु लुई 14वें की कुछ गलतियां अते उसके उत्तराधिकारियों की कमज़ोर शासन नीति के कारण राज पद की प्रतिष्ठा स्थिर नहीं रह सकी। प्रजा नूं प्रजा की राजभक्ति भी हौली हौली कमज़ोर होंदी चली गई अते अधिकारी वर्ग शक्तिशाली बन गया। फ्रांस के उच्च न्यायालय का विशेष कर इन्ने ताकतवर हो गए कि राजा के लिए उन्हां दे विरोध का सामना करना मुश्किल हो गया। 1715 ईस्वी विच लुई 15वां फ्रांस का नवा शासक बनया। उसने 1774 ईस्वी तक शासन किया। उसकी प्रशासन विच कोई दिलचस्पी नहीं सी। वो अपना ज़्यादातर समा रंगरलियां मनाउण, जुआ अते शिकार खेडण विच व्यतीत करता सी। उसते इन्हां कारजां ते पैसा पानी की तरह बहाया जाता सी। उसने अजिही प्रशासनिक नीतियां नूं अपनाया कि जनता विच भारी असंतोष फैल गया। लुई 16वां
ਜੋ 1774 ਈਸਵੀ ਵਿੱਚ ਸਿੰਘਾਸਨ 'ਤੇ ਬੈਠਾ ਸੀ, ਪ੍ਰਯਾਸ ਕਰਕੇ ਵੀ ਰਾਜ ਪਦ ਦੀ ਪ੍ਰਤਿਸ਼ਠਾ ਨੂੰ ਦੁਬਾਰਾ ਸਥਾਪਿਤ ਨਹੀਂ ਕਰ ਸਕਿਆ, ਕਿਉਂਕਿ ਉਹ ਅਜਿਹਾ ਕਰਨ ਵਿੱਚ ਅਸਮਰਥ ਰਿਹਾ ਸੀ। ਰਾਜ ਪਦ ਦੀ ਪ੍ਰਤਿਸ਼ਠਾ ਵਿੱਚ ਇਸ ਕਮੀ ਦੇ ਕਾਰਨ ਹੌਲੀ ਹੌਲੀ ਅਜਿਹੀ ਸਥਿਤੀ ਪੈਦਾ ਹੋਈ ਜਿਸ ਨੇ ਫਰਾਂਸ ਵਿੱਚ ਕ੍ਰਾਂਤੀ ਨੂੰ ਲਾਜ਼ਮੀ ਬਣਾ ਦਿੱਤਾ। ਅਗਲਾ ਰਾਜਨੀਤਿਕ ਕਾਰਨ ਹੈ ਪ੍ਰਸ਼ਾਸਨਿਕ ਅਵਿਵਸਥਾ। ਰਾਜਪਦ ਦੀ ਪ੍ਰਤਿਸ਼ਠਾ ਦੀ ਕਮੀ ਹੋਣ ਨਾਲ ਸ਼ਾਸਨ ਪ੍ਰਬੰਧ ਵਿੱਚ ਅਕੁਸ਼ਲਤਾ ਦਾ ਹੋਣਾ ਸੁਭਾਵਿਕ ਸੀ। ਫਰਾਂਸ ਵਿੱਚ ਵੀ ਕ੍ਰਾਂਤੀ ਤੋਂ ਪਹਿਲਾਂ ਸ਼ਾਸਨ ਪ੍ਰਬੰਧ ਦੇ ਹਰ ਖੇਤਰ ਵਿੱਚ ਅਵਿਵਸਥਾ ਦਾ ਬੋਲਬਾਲਾ ਸੀ। ਇਸ ਅਵਿਵਸਥਾ ਦੇ ਲਈ ਕਈ ਕਾਰਨ ਜ਼ਿੰਮੇਵਾਰ ਸਨ। ਪਹਿਲਾ ਤਾਂ ਇਸ ਲਈ ਕਿ ਰਾਜ ਵਿੱਚ ਅਧਿਕਾਰੀਆਂ ਦੀ ਸੰਖਿਆ ਜ਼ਰੂਰਤ ਤੋਂ ਜ਼ਿਆਦਾ ਸੀ। ਦੂਜਾ, ਕਾਗਜ਼ੀ ਕਾਰਵਾਈ ਦੀ ਅਧਿਕਤਾ ਦੇ ਕਾਰਨ ਕਿਸੇ ਵੀ ਕੰਮ ਦਾ ਸਮੇਂ 'ਤੇ ਹੋਣਾ ਬਹੁਤ ਮੁਸ਼ਕਿਲ ਸੀ। ਤੀਜਾ, ਦੇਸ਼ ਦੀ ਸ਼ਾਸਕੀ ਇਕਾਈਆਂ ਵਿੱਚ ਵੀ ਏਕ ਰੂਪਤਾ ਨਹੀਂ ਸੀ। ਉਹਨਾਂ ਦੇ ਅਧਿਕਾਰ ਖੇਤਰ ਵੀ ਸਪਸ਼ਟ ਨਹੀਂ ਸਨ। ਇਸੇ ਤਰ੍ਹਾਂ ਸਥਾਨਿਕ ਅਫਸਰਾਂ ਅਤੇ ਸੰਸਥਾਵਾਂ ਦੀ ਸ਼ਕਤੀਆਂ ਅਸਪਸ਼ਟ ਸਨ। ਨਿਆਂ ਪ੍ਰਬੰਧ ਦੇ ਖੇਤਰ ਵਿੱਚ ਤਾਂ ਸਥਿਤੀ ਹੋਰ ਵੀ ਜ਼ਿਆਦਾ ਸੋਚਣਯੋਗ ਸੀ। ਸਰਕਾਰੀ ਅਦਾਲਤਾਂ ਤੋਂ ਇਲਾਵਾ ਚਰਚ ਤੇ ਜ਼ਮੀਂਦਾਰਾਂ ਦੀ ਅਦਾਲਤਾਂ ਵੀ ਸਨ, ਜਿਨ੍ਹਾਂ ਵਿੱਚ ਸਹੀ ਅਤੇ ਚੰਗਾ ਨਿਆਂ ਦੀ ਮਿਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਅਗਲਾ ਪੁਆਇੰਟ ਹੈ ਸ਼ਾਹੀ ਪਰਿਵਾਰ ਦੀ ਫਿਜ਼ੂਲ ਖਰਚੀ। ਲੂਈ 14ਵੇਂ ਦੇ ਸ਼ਾਸਨਕਾਲ ਵਿੱਚ ਹੀ ਫਰਾਂਸ ਦੇ ਰਾਜਾ ਬੜਾ ਵੈਭਵਸ਼ਾਲੀ ਅਤੇ ਵਿਲਾਸਪੂਰਨ ਜੀਵਨ ਬਤੀਤ ਕਰ ਰਹੇ ਸਨ। ਉਹ ਪੈਰਿਸ ਤੋਂ ਬਾਹਰ 12 ਮੀਲ ਦੂਰ 'ਤੇ ਸਥਿਤ ਵਰਸਾਏ ਦੇ ਇੱਕ ਸੋਹਣੇ ਰਾਜ ਮਹਿਲ ਦੇ ਵਿੱਚ ਰਹਿੰਦੇ ਸਨ, ਜੋ 30 ਕਰੋੜ ਰੁਪਏ ਖਰਚ ਕਰਕੇ ਬਣਵਾਇਆ ਗਿਆ ਸੀ। ਲੂਈ 16ਵਾਂ ਵੀ ਆਪਣੇ ਪੂਰਵਜਾਂ ਦੀ ਤਰ੍ਹਾਂ ਇਸ ਸੋਹਣੇ ਮਹਿਲ ਵਿੱਚ ਬੜੀ ਹੀ ਸ਼ਾਨ ਅਤੇ ਸ਼ੌਕਤ ਦੇ ਨਾਲ ਰਹਿੰਦਾ ਸੀ। ਉਸ ਦੇ ਖਰਚ ਦੀ ਵੀ ਕੋਈ ਸੀਮਾ ਨਹੀਂ ਸੀ। ਲਗਭਗ 50 ਲੱਖ ਰੁਪਏ ਸਾਲਾਨਾ ਤਾਂ ਖਾਣ ਪੀਣ ਵਿੱਚ ਉਡਾ ਦਿੱਤੇ ਜਾਂਦੇ ਸਨ। ਰਾਣੀ ਰਾਜਾ ਤੋਂ ਵੀ ਜ਼ਿਆਦਾ ਫਜ਼ੂਲ ਖਰਚ ਕਰਦੀ ਸੀ। ਕੇਵਲ ਉਸ ਦੀ ਸੇਵਾ ਵਿੱਚ ਹੀ 500 ਦੇ ਲਗਭਗ ਦਾਸ ਅਤੇ ਦਾਸੀਆਂ ਰਹਿੰਦੀਆਂ ਸਨ। ਰਾਜ ਮਹਿਲ ਦੀ ਤਰ੍ਹਾਂ ਰਾਜ ਦਰਬਾਰ ਵੀ ਰਾਜ ਦੇ ਖਜ਼ਾਨੇ 'ਤੇ ਇੱਕ ਭਾਰੀ ਬੋਝ ਸੀ। ਇਸ ਵਿੱਚ ਹਮੇਸ਼ਾ ਸੋਹਣੀ ਇਸਤਰੀਆਂ ਅਤੇ ਪੁਰਸ਼ਾਂ ਦਾ ਮੇਲਾ ਲੱਗਿਆ ਰਹਿੰਦਾ ਸੀ। ਇੱਥੇ ਧਨ ਜਾਂ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਸੀ। ਰਾਜਾ ਦੇ ਮਨੋਰੰਜਨ, ਸ਼ਾਹੀ ਸ਼ਾਨੋ ਸ਼ੌਕਤ ਅਤੇ ਭੋਗ ਵਿਲਾਸ ਦਾ ਸਾਲਾਨਾ ਖਰਚ 6 ਕਰੋੜ ਰੁਪਏ ਤੋਂ ਘੱਟ ਨਹੀਂ ਸੀ। ਧਨ ਦੀ ਇਸ ਫਜ਼ੂਲ ਖਰਚੀ ਨਾਲ ਉਹਨਾਂ ਲੋਕਾਂ ਦਾ ਨਾਰਾਜ਼ ਹੋਣਾ ਸੁਭਾਵਿਕ ਸੀ ਜੋ ਕੜੀ ਮਿਹਨਤ ਦੁਆਰਾ ਧਨ ਕਮਾ ਕੇ ਸਰਕਾਰ ਨੂੰ ਕਰ ਦਿੰਦੇ ਸਨ। ਇਸੇ ਕਾਰਨ ਫਰਾਂਸ ਦੇ ਲੋਕ ਰਾਜ ਦਰਬਾਰ ਨੂੰ ਰਾਸ਼ਟਰ ਦੀ ਕਬਰ ਕਹਿੰਦੇ ਸਨ। ਪੜ੍ਹੇ ਲਿਖੇ ਹੋਣ ਦੇ ਕਾਰਨ ਫਰਾਂਸ ਦਾ ਧਨੀ ਵਰਗ ਵੀ ਇਸ ਫਿਜ਼ੂਲ ਖਰਚੀ ਦਾ ਬਹੁਤ ਵੱਡਾ ਆਲੋਚਕ ਸੀ। ਅਗਲਾ ਰਾਜਨੀਤਿਕ ਕਾਰਨ ਹੈ ਦੋਸ਼ਪੂਰਨ ਸੈਨਿਕ ਪ੍ਰਬੰਧ। ਫਰਾਂਸ ਦੀ ਰਾਜ ਕ੍ਰਾਂਤੀ ਤੋਂ ਪਹਿਲਾਂ ਫਰਾਂਸੀਸੀ ਸੈਨਿਕਾਂ ਵਿੱਚ ਬੜਾ ਅਸੰਤੋਸ਼ ਸੀ। ਸੈਨਿਕਾਂ ਦੇ ਰੂਪ ਵਿੱਚ ਭਰਤੀ ਹੋਣ ਵਾਲੇ ਯੁਵਕ ਸਧਾਰਨ ਪਰਿਵਾਰ ਤੋਂ ਹੁੰਦੇ ਸਨ, ਜਿਨ੍ਹਾਂ ਨੂੰ ਸਖਤ ਅਨੁਸ਼ਾਸਨ, ਘੱਟ ਤਨਖਾਹ
ਅਤੇ ਘਟੀਆ ਖਾਣ ਪੀਣ ਦੇ ਕਾਰਨ ਕਸ਼ਟ ਦਾ ਜੀਵਨ ਬਿਤਾਉਣਾ ਪੈਂਦਾ ਸੀ। ਇਸ ਤੋਂ ਜ਼ਿਆਦਾ ਨਿਰਾਸ਼ਾਜਨਕ ਗੱਲ ਇਹ ਸੀ ਕਿ ਉਹ ਯੋਗ ਹੋਣ 'ਤੇ ਵੀ ਸੈਨਾ ਵਿੱਚ ਉੱਚੇ ਅਹੁਦੇ ਪ੍ਰਾਪਤ ਨਹੀਂ ਕਰ ਸਕਦੇ ਸਨ। ਇਸ ਦਾ ਕਾਰਨ ਇਹ ਸੀ ਕਿ ਸੈਨਾ ਦੇ ਸਾਰੇ ਉੱਚੇ ਅਹੁਦੇ ਕੁਲੀਨ ਵਰਗ ਦੇ ਅਧਿਕਾਰ ਵਿੱਚ ਸਨ। ਇਹਨਾਂ ਪਰਿਸਥਿਤੀਆਂ ਦੇ ਕਾਰਨ ਫਰਾਂਸੀਸੀ ਸੈਨਿਕਾਂ ਵਿੱਚ ਬਹੁਤ ਅਸੰਤੋਸ਼ ਸੀ। ਸਿੱਟੇ ਵਜੋਂ ਕ੍ਰਾਂਤੀ ਦੀ ਸ਼ੁਰੂਆਤ ਹੁੰਦੇ ਹੀ ਇਹ ਸਾਰੇ ਸੈਨਿਕ ਵੀ ਜਨਤਾ ਦੇ ਨਾਲ ਮਿਲ ਗਏ। ਅਗਲਾ ਕਾਰਨ ਹੈ ਲੂਈ 16ਵੇਂ ਦੀ ਨਿੱਜੀ ਬੁਰਾਈਆਂ। 1774 ਈਸਵੀ ਵਿੱਚ ਲੂਈ 16ਵਾਂ ਫਰਾਂਸ ਦਾ ਸ਼ਾਸਕ ਬਣਿਆ ਸੀ। ਉਸ ਵਿੱਚ ਗੁਣਾਂ ਦੀ ਘਾਟ ਸੀ। ਉਸ ਵਿੱਚ ਨਾ ਤਾਂ ਆਤਮ ਵਿਸ਼ਵਾਸ ਸੀ ਅਤੇ ਨਾ ਹੀ ਮਜ਼ਬੂਤ ਸੰਕਲਪ। ਉਸ ਵਿੱਚ ਦੂਰਦਰਸ਼ਿਤਾ ਦੀ ਵੀ ਕਮੀ ਸੀ। ਉਸ 'ਤੇ ਮੋਟਾ ਅਤੇ ਵੱਡਾ ਹੋਣ ਦੇ ਕਾਰਨ ਰਾਜ ਦਰਬਾਰੀ ਉਸ ਦਾ ਮਜ਼ਾਕ ਉਡਾਉਂਦੇ ਸਨ। ਇਸ ਤੋਂ ਇਲਾਵਾ ਉਹ ਆਪਣੀ ਸੋਹਣੀ ਰਾਣੀ ਮੇਰੀ ਦੇ ਹੱਥਾਂ ਦੀ ਕਠਪੁਤਲੀ ਸੀ। ਮੇਰੀ ਉਸ ਦੀ ਪਤਨੀ ਦਾ ਨਾਂ ਹੈ। ਆਪਣੀ ਇਹਨਾਂ ਨਿੱਜੀ ਬੁਰਾਈਆਂ ਜਾਂ ਕਮਜ਼ੋਰੀਆਂ ਦੇ ਕਾਰਨ ਉਹ ਰਾਜ ਦੀ ਰਾਜਨੀਤਿਕ ਸਥਿਤੀ, ਆਰਥਿਕ ਅਤੇ ਸ਼ਾਸਨ ਸੰਬੰਧੀ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਿਆ। ਸਿੱਟੇ ਵਜੋਂ ਸਥਿਤੀ ਵਿਗੜਦੀ ਗਈ ਅਤੇ ਫਰਾਂਸ ਨੂੰ ਕ੍ਰਾਂਤੀ ਦਾ ਸਾਹਮਣਾ ਕਰਨਾ ਪਿਆ। ਰਾਜਨੀਤਿਕ ਕਾਰਨਾਂ ਵਿੱਚ ਅਖੀਰਲਾ ਕਾਰਨ ਹੈ ਰਾਣੀ ਮੇਰੀ ਦਾ ਬੁਰਾ ਪ੍ਰਭਾਵ। ਲੂਈ 16ਵੇਂ ਦੀ ਰਾਣੀ ਮੇਰੀ ਵੀ ਉਸ ਸੱਤਾ ਅਤੇ ਸਨਮਾਨ ਦੀ ਪਾਤਰ ਨਹੀਂ ਸੀ ਜੋ ਉਸ ਨੂੰ ਪ੍ਰਾਪਤ ਸੀ। ਭਾਵੇਂ ਉਸ ਨੂੰ ਸ਼ਾਸਨ ਦੇ ਸੰਬੰਧ ਵਿੱਚ ਕੋਈ ਅਨੁਭਵ ਨਹੀਂ ਸੀ, ਫਿਰ ਵੀ ਉਹ ਰਾਜਾ ਦੀ ਮੁੱਖ ਸਲਾਹਕਾਰ ਸੀ। ਪ੍ਰਜਾ ਵਿੱਚ ਇਹ ਜਿਹਾ ਵਿਸ਼ਵਾਸ ਸੀ ਕਿ ਰਾਜਾ ਦਾ ਹਰ ਫੈਸਲਾ ਵਾਸਤਵ ਵਿੱਚ ਰਾਣੀ ਦਾ ਹੀ ਫੈਸਲਾ ਹੈ ਅਤੇ ਉਹ ਰਾਜਾ ਦੇ ਫੈਸਲੇ ਨੂੰ ਰੱਦ ਵੀ ਕਰ ਸਕਦੀ ਹੈ। ਇਸ ਲਈ ਰਾਣੀ ਨੂੰ ਸ਼੍ਰੀਮਤੀ ਵੀਟੋ ਕਿਹਾ ਜਾਂਦਾ ਸੀ। ਉਹ ਆਪਣੀ ਫਿਜ਼ੂਲ ਖਰਚੀ ਦੇ ਕਾਰਨ ਸ਼੍ਰੀਮਤੀ ਘਾਟਾ ਦੇ ਨਾਮ ਤੋਂ ਵੀ ਬਦਨਾਮ ਸੀ। ਇਸ ਤੋਂ ਜ਼ਿਆਦਾ ਨਿਰਾਸ਼ਾ ਦੀ ਗੱਲ ਇਹ ਸੀ ਕਿ ਰਾਣੀ ਆਸਟਰੀਆ ਦੀ ਰਾਜਕੁਮਾਰੀ ਸੀ। ਕਿਉਂਕਿ ਫਰਾਂਸ ਅਤੇ ਆਸਟਰੀਆ ਵਿੱਚ ਪੁਰਾਣੀ ਦੁਸ਼ਮਣੀ ਸੀ, ਇਸ ਲਈ ਫਰਾਂਸ ਦੇ ਲੋਕ ਰਾਣੀ ਮੇਰੀ ਨੂੰ ਨਫ਼ਰਤ ਨਾਲ ਦੇਖਦੇ ਸਨ। ਮੇਰੀ ਦੀ ਇਸ ਅਲੋਕਪ੍ਰਿਯਤਾ ਨੇ ਵੀ ਲੂਈ 16ਵੇਂ ਦੇ ਸ਼ਾਸਨ ਨੂੰ ਅਪ੍ਰਿਯ ਬਣਾ ਦਿੱਤਾ ਸੀ। ਇਸ 'ਤੇ ਰਾਜਾ ਨੇ ਰਾਣੀ ਦੇ ਪ੍ਰਭਾਵ ਵਿੱਚ ਆ ਕੇ ਕੁਝ ਅਜਿਹੇ ਕਦਮ ਚੁੱਕੇ ਜੋ ਰਾਜ ਦੇ ਲਈ ਹਾਨੀਕਾਰਕ ਸਿੱਧ ਹੋਏ। ਇਸ ਤਰ੍ਹਾਂ ਇਹਨਾਂ ਸਾਰੇ ਕਾਰਨਾਂ ਦੇ ਸਿੱਟੇ ਵਜੋਂ ਫਰਾਂਸ ਦੀ ਕ੍ਰਾਂਤੀ ਸ਼ੁਰੂ ਹੋ ਗਈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਅਸੀਂ ਰਾਜਨੀਤਿਕ ਕਾਰਨਾਂ ਦੀ ਚਰਚਾ ਕੀਤੀ ਹੈ। ਅਗਲੀ ਕਲਾਸ ਵਿੱਚ ਸਮਾਜਿਕ ਕਾਰਨਾਂ ਦੇ ਨਾਲ ਫਿਰ ਮਿਲਦੇ ਹਾਂ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ।